ਖਾਲੀ ਡੋਮੈਸਟਿਕ ਵਾਇਲੈਂਸ ਫਿਜ਼ੀਕਲੀ ਨਹੀਂ ਆ, ਕੁੱਟਮਾਰ ਨਹੀਂ ਹੈ, ਇਹਦੇ ਨਾਲ ਇਮੋਸ਼ਨਲੀ ਵੀ ਆ, ਮੈਂਟਲੀ ਵੀ ਆ, ਵਰਬਲੀ ਵੀ ਆ, ਔਰ ਫਾਈਨੈਂਸ਼ਲੀ ਵੀ ਆ। ਤੁਸੀਂ ਦੇਖੋ ਕਿ ਡੋਮੈਸਟਿਕ ਵਾਇਲੈਂਸ ਇਜ਼ ਨਾਟ ਅਬਾਊਟ ਕਿ ਸਿਰਫ ਮਾਰ ਕੁੱਟੀ ਆ, ਕਿ ਅਗਰ ਕਿਸੇ ਨੂੰ ਮਾਰ, ਉਹ ਵੀ ਤਾਂ ਹੈ, ਉਹ ਵੀ ਹੈ, ਉਹਦੇ ਨਾਲ ਸੈਕਸ਼ੂਅਲ ਵੀ ਆ, ਇਮੋਸ਼ਨਲ ਵੀ ਹੈ, ਮੈਂਟਲੀ ਵੀ ਹੈ। ਕੋਈ ਕਿਸੇ ਨੂੰ ਸੈਕਸ਼ੂਅਲੀ ਜ਼ਬਰਦਸਤੀ ਕਰਦਾ, ਜਾਂ ਕੋਈ ਕਿਸੇ ਨੂੰ ਮੈਂਟਲੀ ਟੌਰਚਰ ਕਰਦਾ, ਕੋਈ ਕਿਸੇ ਨੂੰ ਤਾਨੇ ਮਾਰਦਾ, ਕੋਈ ਕਿਸੇ ਨੂੰ ਗਾਲੀ ਗਲੋਚ ਕਰਦਾ, ਜਾਂ ਉਹਨੂੰ ਭੱਦੇ ਸ਼ਬਦਾਵਲੀ ਯੂਜ਼ ਕਰਦਾ, ਜਾਂ ਉਹਨੂੰ ਫਾਈਨੈਂਸ਼ਲੀ ਲਾਸ ਕਰਦਾ, ਜਿਵੇਂ ਕਿ ਕੋਈ ਹਸਬੈਂਡ ਕਿਸੇ ਵਾਈਫ ਨੂੰ ਕਹਿੰਦਾ ਕਿ ਤੈਨੂੰ ਜੌਬ ਨਹੀਂ ਕਰਨ ਦੇਵਾਂਗਾ, ਜਾਂ ਉਹਦੀ ਸੈਲਰੀ 'ਚੋਂ ਉਹਨੂੰ ਪੈਸੇ ਨਹੀਂ ਦਿੰਦਾ ਜਾਂ ਖਰਚਾ ਨਹੀਂ ਦਿੰਦਾ। ਉਹ ਵੀ ਸਾਰੀ ਚੀਜ਼ਾਂ, ਇਹ ਸਾਰੇ ਐਸਪੈਕਟਸ ਜਿੰਨੇ ਆ, ਇਹ ਡੋਮੈਸਟਿਕ ਵਾਇਲੈਂਸ ਦੇ ਵਿੱਚ, ਘਰੇਲੂ ਹਿੰਸਾ ਦੇ ਵਿੱਚ ਆਉਂਦੇ ਆ। ਅਨਮੋਲ ਜੀ, ਥੋੜਾ ਜਿਹਾ ਵਿਸਥਾਰ ਦੇ ਨਾਲ ਦੱਸੋ, ਕਿਉਂਕਿ ਔਰਤਾਂ ਨੂੰ ਇਸ ਲਈ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ। ਹੋਰ ਕਿੰਨੇ ਤਰੀਕੇ ਦੀ ਡੋਮੈਸਟਿਕ ਵਾਇਲੈਂਸ ਹੋ ਸਕਦੀ? ਦੇਖੋ, ਇਹਦੇ ਅਗਰ ਮੈਂ ਭਾਗਾਂ 'ਚ ਵੰਡਾਂ, ਵੱਖ-ਵੱਖ ਭਾਗਾਂ ਦੇ ਵਿੱਚ, ਤੇ ਇਹਦੇ ਵਿੱਚ ਫਿਜ਼ੀਕਲ ਵਾਇਲੈਂਸ, ਸੈਕਸ਼ੂਅਲ ਵਾਇਲੈਂਸ, ਵਰਬਲ ਐਂਡ ਇਮੋਸ਼ਨਲ ਵਾਇਲੈਂਸ, ਇਹਦੇ ਨਾਲ ਫਾਈਨੈਂਸ਼ੀਅਲ ਵੀ। ਹੁਣ 1 ਬਾਏ 1 ਦੱਸੀਏ। ਫਿਜ਼ੀਕਲ, ਜੇ ਕੋਈ ਹਸਬੈਂਡ ਜਾਂ ਕੋਈ ਕਿਸੇ ਮਾਤਾ ਬਜ਼ੁਰਗ ਦਾ ਉਸਦਾ ਪੁੱਤਰ ਜਾਂ ਕੋਈ ਹਸਬੈਂਡ ਆਪਣੀ ਵਾਈਫ ਨਾਲ ਕੁੱਟਮਾਰ ਕਰਦਾ ਹੈ, ਉਸ ਨਾਲ ਹੱਥ ਚੁੱਕਦਾ ਹੈ, ਚਾਹੇ ਇਹ ਨਹੀਂ ਕਿ ਉਹ ਸ਼ੁਰੂ ਤੋਂ ਚੁੱਕਦਾ ਆ ਰਿਹਾ ਜਾਂ ਹੁਣ ਚੁੱਕ ਰਿਹਾ ਹੈ, ਕਦੀ ਵੀ ਉਸ 'ਤੇ ਹੱਥ ਚੁੱਕਦਾ ਹੈ, ਤੇ ਉਹਨੂੰ ਫਿਜ਼ੀਕਲ ਦੇ ਵਿੱਚ ਅਸੀਂ ਕੁੱਟਮਾਰ ਕਰਦਾ। ਫਿਜ਼ੀਕਲ ਵਾਇਲੈਂਸ ਦੇ ਵਿੱਚ ਉਹਨੂੰ ਪਾਰਟਸ ਅਸੀਂ ਗਿਣਾਂਗੇ, ਜਿਹਦੇ ਕਿ ਡੋਮੈਸਟਿਕ ਵਾਇਲੈਂਸ ਦੀ ਕੰਪਲੇਂਟ ਬਕਾਇਦਾ ਦਰਜ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅਸੀਂ ਸੈਕਸ਼ੂਅਲ ਵਾਇਲੈਂਸ ਦੀ ਗੱਲ ਕਰੀਏ, ਕੋਈ ਵੀ ਹਸਬੈਂਡ ਆਪਣੀ ਵਾਈਫ ਨਾਲ ਵਿਦ ਫੋਰਸ, ਬਿਨਾਂ ਮਰਜ਼ੀ ਤੋਂ ਉਸ ਨਾਲ ਕੋਈ ਸੈਕਸ਼ੂਅਲ ਰਿਲੇਸ਼ਨ ਬਣਾਉਣ ਲਈ ਜ਼ਬਰਦਸਤੀ ਕਰਦਾ ਹੈ, ਤੇ ਉਸ ਦਾ ਕੰਸੈਂਟ ਨਾ ਹੋਵੇ, ਉਸ ਦੀ ਮਰਜ਼ੀ ਨਾ ਹੋਵੇ, ਉਸ ਦੀ ਮਰਜ਼ੀ ਦੇ ਖਿਲਾਫ ਕਰਦਾ ਹੈ, ਤੇ ਉਹ ਵੀ ਸੈਕਸ਼ੂਅਲ ਵਾਇਲੈਂਸ ਦੇ ਵਿੱਚ ਆਉਂਦਾ ਹੈ। ਵਰਬਲ ਐਂਡ ਇਮੋਸ਼ਨਲ ਵਾਇਲੈਂਸ ਦੇ ਵਿੱਚ ਅਸੀਂ ਗੱਲ ਕਰੀਏ ਕਿ ਵਰਬਲ ਆ ਗਿਆ, ਮੂੰਹ ਤੋਂ ਕੋਈ ਸ਼ਬਦ, ਜਿਹੜੇ ਕਿ ਕੋਈ ਹਸਬੈਂਡ ਆਪਣੀ ਵਾਈਫ ਨੂੰ, ਜੋ ਕਿ ਭੱਦੀ ਸ਼ਬਦਾਵਲੀ, ਗਾਲੀ ਗਲੋਚ ਜਾਂ ਕੋਈ ਗਲਤ ਵਰਡ ਨਾਲ ਯੂਜ਼ ਕਰਦਾ, ਜਿਵੇਂ ਆਪਾਂ ਪੰਜਾਬੀ ਕਹਿੰਦੇ ਕਿ ਤਾਣੇ ਮੈਨੇ ਮਾਰਦਾ ਕੋਈ ਨਿੱਕੀ ਨਿੱਕੀ ਗੱਲ ਤੇ, ਉਹ ਵੀ ਡੋਮੈਸਟਿਕ ਵਾਇਲੈਂਸ ਦੇ ਵਿੱਚ। ਜੀ, ਮਤਲਬ ਜੇ ਔਰਤ ਕਮਾਉਂਦੀ ਵੀ ਹੈ ਤਾਂ ਵੀ ਅਗਰ ਉਸਨੂੰ ਪੈਸੇ ਦੀ ਜ਼ਰੂਰਤ ਹੈ ਤਾਂ ਉਹਦਾ ਅਧਿਕਾਰ ਬਣਦਾ ਹੈ ਕਿ ਉਹ ਆਪਣੇ ਪਤੀ ਕੋਲੋਂ ਖਰਚਾ ਲੈ ਸਕੇ। ਵਾਈਫ ਅਗਰ ਕਮਾਉਂਦੀ ਹੈ, ਨਹੀਂ ਕਮਾਉਂਦੀ, ਉਹ ਇੱਕ ਪਾਰਟ ਹੈ ਲਾਅ ਦੇ ਅਕੋਰਡਿੰਗ। ਵਾਈਫ ਅਗਰ ਕਮਾਉਂਦੀ ਵੀ ਹੈ ਤਾਂ ਵੀ ਉਸਦਾ ਆਪਣੇ ਪਤੀ ਦੀ ਜਿਹੜਾ ਇਨਕਮ ਆ ਉੱਤੇ ਪੂਰਾ ਅਧਿਕਾਰ ਹੈ। ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਕਾਨੂੰਨੀ ਮਸ਼ਵਰਾ ਤੇ ਮੈਂ ਹਾਂ ਗੀਤਾ ਸਕਸੈਨਾ। ਅੱਜ ਅਸੀਂ ਗੱਲ ਕਰਾਂਗੇ ਕਾਨੂੰਨੀ ਮਸ਼ਵਰਾ ਪ੍ਰੋਗਰਾਮ ਦੇ ਵਿੱਚ ਡੋਮੈਸਟਿਕ ਵਾਇਲੈਂਸ ਬਾਰੇ, ਘਰੇਲੂ ਹਿੰਸਾ, ਜਿਸ ਉੱਤੇ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਐਡਵੋਕੇਟ ਅਨਮੋਲ ਚੋਫਲਾ ਜੀ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣ, ਜਿਹੜੇ ਕਿ ਕ੍ਰਿਮੀਨਲ ਡਿਫੈਂਸ ਲਾਇਰ ਨੇ। ਸਾਰੀ ਟੀਮ ਨੂੰ, ਚੈਨਲ ਦੀ ਔਰ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਅਨਮੋਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਜਿਵੇਂ ਕਿ ਅੱਜ ਦਾ ਆਪਾਂ ਵਿਸ਼ਾ ਰੱਖਿਆ ਹੈ ਡੋਮੈਸਟਿਕ ਵਾਇਲੈਂਸ, ਘਰੇਲੂ ਹਿੰਸਾ। ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਘਰੇਲੂ ਹਿੰਸਾ ਆਖਿਰ ਵਿੱਚ ਹੈ ਕੀ? ਐਕਚੁਅਲੀ ਦੇਖੋ, ਘਰੇਲੂ ਹਿੰਸਾ ਜਿਹਨੂੰ ਅਸੀਂ ਡੋਮੈਸਟਿਕ ਵਾਇਲੈਂਸ ਵੀ ਕਹਿ ਦਿੰਦੇ ਹਾਂ, ਔਰ ਮੋਸਟਲੀ ਲੋਕਾਂ ਨੂੰ ਔਰ ਮਹਿਲਾਵਾਂ ਨੂੰ, ਜੋ ਮਹਿਲਾਵਾਂ ਦੇ ਪ੍ਰਤੀ ਉਹਨਾਂ ਦੇ ਘਰੇਲੂ ਡੋਮੈਸਟਿਕ ਘਰਾਂ ਦੇ ਵਿੱਚ ਮਹਿਲਾਵਾਂ ਹੋ ਗਈਆਂ, ਬਜ਼ੁਰਗ ਹੋ ਗਏ, ਜਿਨ੍ਹਾਂ 'ਚ ਬਜ਼ੁਰਗ ਮਹਿਲਾਵਾਂ, ਮਾਤਾਵਾਂ, ਉਹਨਾਂ ਨੂੰ ਲੱਗਦਾ ਹੈ ਕਿ ਮੋਸਟਲੀ ਲੋਕਾਂ ਨੂੰ ਵੀ ਲੱਗਦਾ ਹੈ ਕਿ ਘਰੇਲੂ ਹਿੰਸਾ, ਡੋਮੈਸਟਿਕ ਵਾਇਲੈਂਸ ਇੱਕ ਉਹ ਚੀਜ਼ ਹੈ ਕਿ ਜਦੋਂ ਕੋਈ ਉਹਨਾਂ ਦਾ ਹਸਬੈਂਡ ਜਾਂ ਕੋਈ ਪਾਰਟਨਰ ਜਦੋਂ ਉਹਨਾਂ ਨਾਲ ਮਾਰਕੁੱਟ ਕਰਦਾ ਹੈ। ਪਰ ਬੇਸਿਕਲੀ ਜਿਹੜਾ ਡੋਮੈਸਟਿਕ ਵਾਇਲੈਂਸ ਐਕਟ ਹੈ 2005 'ਚ ਬਣਿਆ, 2006 'ਚ ਇੰਪਲੀਮੈਂਟ ਹੋਇਆ, ਉਹਦੇ ਵਿੱਚ ਇਹਦੇ ਅਲੱਗ-ਅਲੱਗ ਟਾਈਪਸ ਨੇ, ਪਾਰਟਸ ਨੇ, ਜੋ ਲੋਕਾਂ ਨੂੰ ਬਹੁਤ ਹੀ ਰੇਅਰ ਹੀ ਪਤਾ ਹੈ। ਜੀ, ਖਾਲੀ ਡੋਮੈਸਟਿਕ ਵਾਇਲੈਂਸ ਫਿਜ਼ੀਕਲੀ ਨਹੀਂ ਆ, ਕੁੱਟਮਾਰ ਨਹੀਂ ਹੈ, ਇਹਦੇ ਨਾਲ ਇਮੋਸ਼ਨਲੀ ਵੀ ਆ, ਮੈਂਟਲੀ ਵੀ ਆ, ਵਰਬਲੀ ਵੀ ਆ, ਔਰ ਫਾਈਨੈਂਸ਼ਲੀ ਵੀ ਆ। ਤੁਸੀਂ ਦੇਖੋ ਕਿ ਡੋਮੈਸਟਿਕ ਵਾਇਲੈਂਸ ਇਜ਼ ਨਾਟ ਅਬਾਊਟ ਕਿ ਸਿਰਫ ਮਾਰ ਕੁੱਟੀ ਆ, ਕਿ ਅਗਰ ਕੋਈ ਕਿਸੇ ਨੂੰ ਮਾਰ, ਉਹ ਵੀ ਤਾਂ ਹੈ, ਉਹ ਵੀ ਹੈ, ਉਹਦੇ ਨਾਲ ਸੈਕਸ਼ੂਅਲ ਵੀ ਆ, ਇਮੋਸ਼ਨਲ ਵੀ ਹੈ, ਮੈਂਟਲੀ ਵੀ ਹੈ। ਕੋਈ ਕਿਸੇ ਨੂੰ ਸੈਕਸ਼ੂਅਲੀ ਜ਼ਬਰਦਸਤੀ ਕਰਦਾ, ਜਾਂ ਕੋਈ ਕਿਸੇ ਨੂੰ ਮੈਂਟਲੀ ਟੌਰਚਰ ਕਰਦਾ, ਕੋਈ ਕਿਸੇ ਨੂੰ ਤਾਨੇ ਮਾਰਦਾ, ਕੋਈ ਕਿਸੇ ਨੂੰ ਗਾਲੀ ਗਲੋਚ ਕਰਦਾ, ਜਾਂ ਉਹਨੂੰ ਭੱਦੇ ਸ਼ਬਦਾਵਲੀ ਯੂਜ਼ ਕਰਦਾ, ਜਾਂ ਉਹਨੂੰ ਫਾਈਨੈਂਸ਼ਲੀ ਲਾਸ ਕਰਦਾ, ਜਿਵੇਂ ਕਿ ਕੋਈ ਹਸਬੈਂਡ ਕਿਸੇ ਵਾਈਫ ਨੂੰ ਕਹਿੰਦਾ ਕਿ ਤੈਨੂੰ ਜੌਬ ਨਹੀਂ ਕਰਨ ਦੇਵਾਂਗਾ, ਜਾਂ ਉਹਦੀ ਸੈਲਰੀ 'ਚੋਂ ਉਹਨੂੰ ਪੈਸੇ ਨਹੀਂ ਦਿੰਦਾ ਜਾਂ ਖਰਚਾ ਨਹੀਂ ਦਿੰਦਾ। ਉਹ ਵੀ ਸਾਰੀ ਚੀਜ਼ਾਂ, ਇਹ ਸਾਰੇ ਐਸਪੈਕਟਸ ਜਿੰਨੇ ਆ, ਇਹ ਡੋਮੈਸਟਿਕ ਵਾਇਲੈਂਸ ਦੇ ਵਿੱਚ, ਘਰੇਲੂ ਹਿੰਸਾ ਦੇ ਵਿੱਚ ਆਉਂਦੇ ਆ, ਜੋ ਕਿ ਲੋਕਾਂ ਨੂੰ ਇਸ ਬਾਰੇ ਬਹੁਤ ਘੱਟ, ਬਹੁਤ ਰੇਅਰ ਪਤਾ ਹੈ। ਜੀ, ਮਤਲਬ ਜੇ ਔਰਤ ਕਮਾਉਂਦੀ ਵੀ ਹੈ ਤਾਂ ਵੀ ਅਗਰ ਉਸਨੂੰ ਪੈਸੇ ਦੀ ਜ਼ਰੂਰਤ ਹੈ ਤਾਂ ਉਹਦਾ ਅਧਿਕਾਰ ਬਣਦਾ ਹੈ ਕਿ ਉਹ ਆਪਣੇ ਪਤੀ ਕੋਲੋਂ ਖਰਚਾ ਲੈ ਸਕਦੀ ਹੈ। ਬਿਲਕੁਲ ਬਿਲਕੁਲ, ਵਾਈਫ ਦਾ ਪੂਰਾ ਬਰਾਬਰ ਦਾ ਹੱਕ ਹੈ। ਵਾਈਫ ਅਗਰ ਕਮਾਉਂਦੀ ਹੈ, ਨਹੀਂ ਕਮਾਉਂਦੀ, ਉਹ ਇੱਕ ਪਾਰਟ ਹੈ ਲਾਅ ਦੇ ਅਕੋਰਡਿੰਗ। ਵਾਈਫ ਅਗਰ ਕਮਾਉਂਦੀ ਵੀ ਹੈ ਤਾਂ ਵੀ ਉਸਦਾ ਆਪਣੇ ਪਤੀ ਦੀ ਜਿਹੜਾ ਇਨਕਮ ਆ ਉੱਤੇ ਪੂਰਾ ਅਧਿਕਾਰ ਹੈ, ਉਹ ਮੰਗ ਸਕਦੀ ਜੇ ਉਹਨੂੰ ਲੋੜ ਪਵੇ, ਕੋਈ ਵੈਲਿਡ ਰੀਜ਼ਨ ਹੋਵੇ
ਜਿਸ 'ਤੇ ਉਹਨੂੰ ਲੋੜ ਆ, ਕੋਈ ਮੈਡੀਕਲ ਐਕਸਪੈਂਸ ਆ, ਕੋਈ ਟਰੈਵਲ ਐਕਸਪੈਂਸ ਆ, ਜਾਂ ਕੋਈ ਇਸ ਤਰ੍ਹਾਂ ਫੈਂਸ ਆ ਜੋ ਕਿ ਬਹੁਤ ਅਰਜੈਂਟ ਰੇਅਰ ਕਿਸਮ ਦਾ ਜੋ ਕਿ ਵੈਲਿਡ ਆ, ਉਹ ਮੰਗ ਸਕਦੀ ਹੈ ਅਤੇ ਉਹਦਾ ਅਧਿਕਾਰ ਹੈ ਜੀ। ਅੱਛਾ ਅਨਮੋਲ ਜੀ, ਅਗਰ ਕੋਈ ਔਰਤ ਘਰੇਲੂ ਹਿੰਸਾ ਦਾ ਸ਼ਿਕਾਰ ਹੈ ਤਾਂ ਉਸ ਨੂੰ ਸਭ ਤੋਂ ਪਹਿਲਾ ਸਟੈਪ ਕੀ ਕਰਨਾ ਹੋਊਗਾ? ਦੇਖੋ, ਸਟੈਪ ਇਸ ਤਰ੍ਹਾਂ ਹੈ, ਅਗਰ ਕਿਸੇ ਮਹਿਲਾ ਨਾਲ ਘਰੇਲੂ ਹਿੰਸਾ ਹੁੰਦੀ ਹੈ, ਡੋਮੈਸਟਿਕ ਵਾਇਲੈਂਸ ਹੁੰਦੀ ਹੈ, ਤਾਂ ਪਹਿਲਾਂ ਤਾਂ ਉਹਨੂੰ ਚਾਹੀਦਾ ਕਿ ਆਪਣੀ ਪੁਲਿਸ ਜਾ ਕੇ ਸ਼ਿਕਾਇਤ ਕਰੇ। ਵੱਖ-ਵੱਖ ਅੱਜ ਕੱਲ੍ਹ ਤਾਂ NGOs ਬਹੁਤ ਨੇ, ਨੈਸ਼ਨਲ ਵੂਮਨ ਕਮਿਸ਼ਨ ਹੈ, ਸਟੇਟ ਵੂਮਨ ਕਮਿਸ਼ਨਸ ਹੈ, ਉੱਥੇ ਆਪਣੀ ਸ਼ਿਕਾਇਤ ਦੇ ਸਕਦੀ ਹੈ। ਔਰ ਅੱਜ ਕੱਲ੍ਹ ਅਲੱਗ-ਅਲੱਗ ਟੋਲ ਫ੍ਰੀ ਨੰਬਰਸ ਵੀ ਨੇ ਜੋ ਸਰਕਾਰ ਦੁਆਰਾ ਜਾਰੀ ਨੇ। ਔਰ ਇਸ ਤੋਂ ਇਲਾਵਾ ਔਰਤ ਕੋਰਟ ਦੇ ਵਿੱਚ ਰਾਹੀਂ ਡੋਮੈਸਟਿਕ ਵਾਇਲੈਂਸ ਐਕਟ 2005 ਜੋ ਕਿ 2006 'ਚ ਇੰਪਲੀਮੈਂਟ ਹੋਇਆ, 16 ਸਾਲ ਹੋ ਗਏ ਇਸ ਨੂੰ ਇੰਪਲੀਮੈਂਟ ਹੋਏ, ਬਟ ਕੇਸਿਸ 'ਚ ਕੋਈ ਉਹ ਨਹੀਂ ਹੈ, ਬਹੁਤ ਵੱਧਦਾ ਜਾ ਰਿਹਾ ਹੈ ਡੋਮੈਸਟਿਕ ਵਾਇਲੈਂਸ। ਗਲੋਬਲ ਰਿਪੋਰਟ ਦੇ ਹਿਸਾਬ ਨਾਲ ਹਰ 3 ਘਰ ਦੇ ਵਿੱਚੋਂ 1 ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ ਜਿਹੜੀ ਹੈ ਉਹ ਹੋ ਰਹੀ ਹੈ, ਮਹਿਲਾ ਜਿਹੜੀ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀ ਹੈ। ਔਰ ਬਹੁਤ ਸੀ ਔਰਤਾਂ ਇੱਦਾਂ ਦੀਆਂ ਜਿਨ੍ਹਾਂ ਨਾਲ ਡੋਮੈਸਟਿਕ ਘਰੇਲੂ ਹਿੰਸਾ ਹੁੰਦੀ ਹੈ, ਬਟ ਉਹ ਆਵਾਜ਼ ਨਹੀਂ ਚੁੱਕਦੀਆਂ ਕਿਸੇ ਨਾ ਕਿਸੇ ਕਾਰਨ, ਕੋਈ ਸੁਸਾਇਟੀ ਦਾ ਡਰ ਹੈ, ਕੋਈ ਹੋਰ ਡਰ ਹੈ, ਕੋਈ ਫੈਮਿਲੀ ਸਪੋਰਟ ਨਹੀਂ ਆ। ਅਤੇ ਇਸ ਕਰਕੇ ਮੇਰੀ ਇਹ ਮਹਿਲਾਵਾਂ ਨੂੰ ਅਵੇਅਰ ਹੈ ਕਿ ਅਗਰ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਘਰੇਲੂ ਹਿੰਸਾ ਹੁੰਦੀ ਹੈ, ਤੁਸੀਂ ਚੁੱਪ ਨਾ ਬੈਠੋ, ਇਸ ਦੀ ਆਵਾਜ਼ ਚੱਕੋ, ਇਸ ਦੀ ਸ਼ਿਕਾਇਤ ਕਰੋ, ਆਪਣੇ ਲੋਕਲ ਥਾਣੇ ਨੂੰ ਕਰੋ। ਲੋਕਲ ਜਿਹੜਾ ਮਹਿਲਾ ਥਾਣਾ ਹੈ ਉੱਥੇ ਜਾ ਕੇ ਤੁਸੀਂ ਸ਼ਿਕਾਇਤ ਕਰ ਸਕਦੇ ਹੋ, ਵੂਮਨ ਕਮਿਸ਼ਨ 'ਚ ਕਰ ਸਕਦੇ ਹੋ। ਔਰ ਇਸ ਤੋਂ ਇਲਾਵਾ ਤੁਸੀਂ ਮੈਜਿਸਟ੍ਰੇਟ ਦੇ ਅੱਗੇ, ਜਿਹੜੇ ਇਲਾਕਾ ਮੈਜਿਸਟ੍ਰੇਟ ਹੈ, ਉੱਥੇ ਤੁਸੀਂ ਡੋਮੈਸਟਿਕ ਵਾਇਲੈਂਸ ਐਕਟ 2005 ਸੈਕਸ਼ਨ 12 ਦੇ ਅਧੀਨ ਤੁਸੀਂ ਕੰਪਲੇਂਟ ਫਾਈਲ ਕਰ ਸਕਦੇ ਹੋ ਔਰ ਤੁਹਾਨੂੰ ਰਿਲੀਫ ਡੈਫੀਨੇਟਲੀ ਮਿਲੇਗਾ। ਕਾਨੂੰਨ ਤੁਹਾਡੀ ਸਹਾਇਤਾ ਲਈ ਹੈ, ਕਾਨੂੰਨ ਤੁਹਾਡੇ ਵਾਸਤੇ ਬਣਿਆ। ਅਨਮੋਲ ਜੀ, ਇਹ ਵੀ ਹੈ ਕਿ ਅਗਰ ਕੋਈ ਔਰਤ ਘਰੇ ਬੈਠੀ ਕੰਪਲੇਂਟ ਦਾਇਰ ਕਰਨਾ ਚਾਹਵੇ ਤਾਂ ਫਿਰ ਉਹ ਕਿਵੇਂ ਕਰੇ? ਜੀ, ਬਹੁਤ ਅੱਛਾ ਕੁਐਸਚਨ ਤੁਸੀਂ ਪੁੱਛਿਆ ਕਿ ਘਰੇ ਬੈਠ ਕੇ ਵੀ ਔਰਤ ਕਰ ਸਕਦੀ ਇਸ ਦੀ ਕੰਪਲੇਂਟ। ਵੱਖ-ਵੱਖ ਹੈਲਪਲਾਈਨ ਨੰਬਰਸ ਵੀ ਨੇ ਔਰ ਵੈਬਸਾਈਟ ਵੀ ਜਿਹੜੀ ਸਰਕਾਰ ਔਰ ਕਾਨੂੰਨ ਦੇ ਦਾਇਰੇ ਜਿਹੜੇ ਉਹਦੇ ਦੁਆਰਾ ਲੀਗਲ ਸਰਵਿਸ ਅਥਾਰਟੀਜ਼ ਵੀ ਹੈ ਜੋ ਕਿ ਹਰ ਡਿਸਟ੍ਰਿਕਟ 'ਚ ਸਰਕਾਰ ਦੇ ਵੱਲੋਂ ਚਲਾਈ ਜਾਂਦੀਆਂ ਨੇ। ਇੱਕ ਹੈਲਪਲਾਈਨ ਨੰਬਰ ਹੈ ਜੋ ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹਾਂਗਾ, 181 181 ਵੂਮਨ ਹੈਲਪਲਾਈਨ ਨੰਬਰ ਹੈ, ਜਿੱਤੇ ਕੋਈ ਵੀ ਔਰਤ ਕੰਪਲੇਂਟ ਕਰੇਗੀ ਅਤੇ ਉਹਦਾ ਰਿਵਰਟ ਉਹਨੂੰ ਇਮੀਡੀਏਟਲੀ ਮਿਲੇਗਾ। ਉਸ 'ਤੇ ਕੰਪਲੇਂਟ ਕਰਨ ਨਾਲ ਉਸਨੂੰ ਉਸਦਾ ਕੰਪਲੇਂਟ ਨੰਬਰ UID ਨੰਬਰ ਵੀ ਮਿਲੇਗਾ ਔਰ ਉਸਦੀ ਕੰਪਲੇਂਟ ਨੂੰ ਚੰਗੀ ਤਰ੍ਹਾਂ ਸੁਣ ਕੇ ਥਾਣੇ ਨੂੰ ਫਾਰਵਰਡ ਕੀਤਾ ਜਾਏਗਾ ਘਰ ਬੈਠੇ ਉਹਦੇ। ਔਰ ਥਾਣੇ ਦੇ ਜਿਹੜੇ ਪੁਲਿਸ ਹੈ ਉਹ ਉਸ 'ਤੇ ਇਨਵੈਸਟੀਗੇਸ਼ਨ ਕਰਕੇ ਅਤੇ ਮਾਮਲਾ ਦਰਜ ਕਰੇਗੀ ਔਰ ਇੱਥੇ ਕਾਰਵਾਈ ਕਰੇਗੀ। ਇਸ ਤੋਂ ਇਲਾਵਾ ਵੀ 1091 ਵੂਮਨ ਨੈਸ਼ਨਲ ਵੂਮਨ ਨੰਬਰ ਹੈ, ਹੈਲਪਲਾਈਨ। ਅਗਰ ਵੂਮਨ ਹੈ ਕਿਤੇ ਵੀ ਘਰੇਲੂ ਅਗਰ ਹਿੰਸਾ ਹੁੰਦੀ ਹੈ ਜਾਂ ਕਿਤੇ ਬਾਹਰ ਵੀ ਕੋਈ ਹਿੰਸਾ ਹੁੰਦੀ ਹੈ ਉਹ ਇਸ 'ਤੇ ਹੈਲਪਲਾਈਨ ਕਰ ਸਕਦੀ ਹੈ। ਔਰ ਇਸ ਤੋਂ ਇਲਾਵਾ ਲੀਗਲ ਸਰਵਿਸ ਅਥਾਰਟੀਜ਼ ਦੇ ਨੰਬਰ ਨੇ 1968, ਉੱਥੇ ਉਹ ਲੀਗਲ ਏਡ ਲੈ ਸਕਦੀ ਹੈ, ਉੱਥੇ ਲੀਗਲ ਕਾਉਂਸਲਿੰਗ ਲੈ ਸਕਦੀ ਹੈ। ਅਗਰ ਉਸਨੂੰ ਕਈ ਵਾਰ ਕੋਈ ਨਹੀਂ ਸਮਝ ਆਉਂਦੀ, ਉਸਨੂੰ ਕਾਉਂਸਲਿੰਗ ਚਾਹੀਦੀ ਹੈ, ਕਈ ਵਾਰ ਔਰਤਾਂ ਨੂੰ ਕਾਉਂਸਲਿੰਗ ਚਾਹੀਦੀ ਕਿ ਅਸੀਂ ਕਿੱਦਾਂ ਕਰੀਏ, ਕਿਸ ਚੀਜ਼ ਵੱਲ ਜਾਈਏ, ਕਿਸ ਸਟੈਪ ਚੁੱਕੀਏ, ਸਮਝ ਨਹੀਂ ਆਉਂਦਾ, ਅਤੇ ਉਹ ਕਾਉਂਸਲਿੰਗ ਵੀ ਜਿਹੜੀ 1968 ਨੰਬਰ ਲੀਗਲ ਸਰਵਿਸ ਅਥਾਰਟੀ ਦਾ ਨੰਬਰ ਹੈ ਉੱਥੇ ਕਾਉਂਸਲਿੰਗ ਵੀ ਲੈ ਸਕਦੀ ਹੈ। ਜੀ, 1968 ਨੰਬਰ ਹੈਗਾ ਕਾਉਂਸਲਿੰਗ ਦੇ ਲਈ। ਜੇਕਰ ਕੀ ਕਰੀਏ ਕੀ ਨਾ ਕਰੀਏ ਨਹੀਂ ਸਮਝ ਆ ਰਿਹਾ ਤੇ ਤੁਸੀਂ ਕਾਨੂੰਨੀ ਸਲਾਹ ਲੈ ਸਕਦੇ ਹੋ ਇਸ ਨੰਬਰ ਤੋਂ। ਇਸ ਤੋਂ ਇਲਾਵਾ 181 ਨੰਬਰ ਹੈ, ਤੁਸੀਂ ਆਪਣੇ ਘਰੇ ਬੈਠੇ ਕੰਪਲੇਂਟ ਫਾਈਲ ਕਰ ਸਕਦੇ ਹੋ। ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ, ਇਹ ਕਾਨੂੰਨ ਹੈ ਜਿਹੜਾ ਤੁਹਾਡੇ ਲਈ ਬਣਿਆ। ਇਸ ਤੋਂ ਇਲਾਵਾ ਇਹ ਕਿਹੜੀਆਂ ਧਾਰਾਵਾਂ ਦੇ ਅੰਡਰ ਆਉਂਦੀ ਹੈ? ਦੇਖੋ, ਘਰੇਲੂ ਹਿੰਸਾ ਜਿਹੜੀ ਹੈ ਡੋਮੈਸਟਿਕ ਵਾਇਲੈਂਸ ਐਕਟ 2005 ਹੈ, 2006 'ਚ ਇੰਪਲੀਮੈਂਟ ਹੋਇਆ। ਉਹਦੇ ਵਿੱਚ ਸੈਕਸ਼ਨ 12 ਦੇ ਅਧੀਨ ਇਹ ਕੰਪਲੇਂਟ ਫਾਈਲ ਕੀਤੀ ਜਾਂਦੀ ਹੈ ਇਲਾਕਾ ਮੈਜਿਸਟ੍ਰੇਟ ਨੂੰ, ਜੱਜ ਸਾਹਿਬ ਨੂੰ, ਜਿਸ 'ਤੇ ਪੂਰਾ ਟਰਾਇਲ ਚੱਲਦਾ, ਜਿਸ 'ਤੇ ਸਾਰੇ ਹੀ ਪੱਖਾਂ ਨੂੰ ਦੇਖ ਕੇ, ਸਾਰੇ ਚੀਜ਼ਾਂ ਨੂੰ ਦੇਖ ਕੇ ਮੈਜਿਸਟ੍ਰੇਟ 'ਤੇ ਫੈਸਲਾ ਲੈਂਦਾ। ਇਹਦੇ ਵਿੱਚ ਸੈਕਸ਼ਨ 19 ਆ ਜਿਹਦੇ ਵਿੱਚ ਕੰਪਨਸੇਸ਼ਨ ਵੀ ਹੈ ਔਰਤ ਨੂੰ। ਜੇ ਔਰਤ ਨੂੰ ਜਿਹੜਾ ਕੋਈ ਡੋਮੈਸਟਿਕ ਘਰੇਲੂ ਹਿੰਸਾ ਕਰਕੇ ਉਸਨੂੰ ਸਹੁਰੇ ਘਰ 'ਚੋਂ ਕੱਢਿਆ ਜਾਂਦਾ, ਉੱਥੇ ਉਹਨੂੰ ਰੈਜ਼ੀਡੈਂਸ ਰਾਈਟ ਵੀ ਹੈ ਸੈਕਸ਼ਨ 21 ਅਤੇ 22 ਦੇ ਵਿੱਚ ਡੋਮੈਸਟਿਕ ਵਾਇਲੈਂਸ 'ਚ। ਔਰ ਡੋਮੈਸਟਿਕ ਵਾਇਲੈਂਸ ਐਕਟ ਬੜਾ ਹੀ ਪ੍ਰਿਸਕ੍ਰਾਈਬਡ ਆ, ਅਗੇਂਸਟ ਵੂਮੈਨ ਐਂਡ ਚਾਈਲਡ ਆ, ਉਹਨਾਂ ਦੀ ਸਹਾਇਤਾ ਵਾਸਤੇ ਬਣਿਆ, ਰਿਲੀਫ ਵਾਸਤੇ ਬਣਿਆ। ਔਰ ਅਲੱਗ-ਅਲੱਗ ਸੈਕਸ਼ਨ 12, 19, 21, 22 ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ। ਅਗਰ ਔਰਤ ਘਰੇਲੂ ਹਿੰਸਾ ਦੇ ਲਈ ਸਟੈਪ ਚੱਕਣਾ ਚਾਹੁੰਦੀ ਆ, ਉਹ ਪਹਿਲਾਂ ਤਾਂ ਉਹ ਡਰ ਜਾਂਦੀ ਹੈ ਕਿ ਮੈਂ ਪਤਾ ਨਹੀਂ ਖਰਚਾ ਇਹਨੂੰ ਅਫੋਰਡ ਕਰ ਪਾਵਾਂਗੀ ਕਿ ਨਹੀਂ। ਬਹੁਤ ਸਾਰੇ ਰੀਜ਼ਨਸ ਹੋ ਸਕਦੇ ਨੇ ਹੈ ਨਾ ਉਹਦੇ ਪਿੱਛੇ, ਲੇਕਿਨ ਕੀ ਕੋਈ ਇੱਦਾਂ ਦਾ ਪ੍ਰੋਸੈਸ ਵੀ ਹੈਗਾ ਕਿ ਉਹ ਖਰਚਾ ਜਿਹੜਾ ਹੈ ਸਰਕਾਰ ਚੁੱਕੇ, ਜਾਂ ਅਗਰ ਅਫੋਰਡ ਨਹੀਂ ਕਰ ਸਕਦੀ ਔਰਤ ਤਾਂ? ਨਹੀਂ, ਤੁਸੀਂ ਬੜਾ ਅੱਛਾ ਸਵਾਲ ਪੁੱਛਿਆ ਹੈ। ਇਹਦੇ ਵਿੱਚ ਇਸ ਤਰ੍ਹਾਂ ਕਿ ਫ੍ਰੀ ਲੀਗਲ ਏਡ ਸਰਵਿਸ ਜੋ ਕਿ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਪੰਜਾਬ ਦੇ ਹਰ 22 ਦੇ 23 ਜ਼ਿਲ੍ਹਿਆਂ ਦੇ ਵਿੱਚ ਮੌਜੂਦ ਹੈ।
ਅਲੱਗ-ਅਲੱਗ ਇਹਨਾਂ ਦੇ ਦਫ਼ਤਰ ਹੈ, ਉੱਥੇ ਅਲੱਗ-ਅਲੱਗ ਸੈਕਟਰੇਟਰੀ ਨੇ, ਅਲੱਗ-ਅਲੱਗ ਸਟਾਫ ਹੈ ਜੋ ਕਿ ਪੰਜਾਬ ਸਰਕਾਰ ਜਾਂ ਵੱਖ-ਵੱਖ ਸਰਕਾਰ ਜਾਂ ਸੈਂਟਰ ਗਵਰਨਮੈਂਟ ਔਰ ਕੁਛ ਸਹਾਇਤਾ ਨਾਲ ਜਿਹੜੀ ਜੁਡੀਸ਼ਰੀ ਇਸ ਦੇ ਵਿੱਚ ਉਹ ਵੀ ਬਹੁਤ ਮਦਦਗਾਰ ਹੈ। ਸਾਰੇ ਮਿਲ ਕੇ ਜਿਹੜਾ ਲੀਗਲ ਸਰਵਿਸ ਹੈ, ਏਡ ਹੈ, ਉਹ ਦਿੰਦੇ ਆ। ਇਹਦੇ ਵਿੱਚ ਇਸ ਤਰ੍ਹਾਂ ਕਿ ਅਗਰ ਕੋਈ ਔਰਤ ਐਡਵੋਕੇਟ ਨਹੀਂ ਹਾਇਰ ਕਰ ਸਕਦੀ, ਉਹ ਉਸ ਖਰਚੇ ਨੂੰ ਕੋਰਟ ਦੇ ਅਫੋਰਡ ਨਹੀਂ ਕਰ ਸਕਦੀ, ਜੈਨੂਅਨ ਜੀ ਗੱਲ ਆ ਕਿ ਉਹ ਖਰਚਾ ਜੋ ਵੀ ਹੈ ਉਹ ਉਹਦੇ ਕੋਲ ਨਹੀਂ ਅਫੋਰਡ ਕਰ ਸਕਦੀ, ਉਹਦੇ ਕੋਲ ਕੋਈ ਨਹੀਂ ਸੋਰਸ ਆਫ ਇਨਕਮ, ਅਤੇ ਉਹ ਇਸ ਦੀ ਐਪਲੀਕੇਸ਼ਨ ਇੱਕ ਲੀਗਲ ਸਰਵਿਸ ਅਥਾਰਟੀ ਨੂੰ, ਜ਼ਿਲ੍ਹਾ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਨੂੰ ਦੇ ਸਕਦੀ ਹੈ, ਜਿਸ 'ਤੇ ਕਿ ਫ੍ਰੀ ਲੀਗਲ ਏਡ ਦੀ ਐਪਲੀਕੇਸ਼ਨ ਦੀ ਦਰਖਾਸਤ ਲਗਾ ਸਕਦੀ ਹੈ, ਜਿਸ 'ਤੇ ਕਿ ਉਹਨੂੰ ਫ੍ਰੀ ਐਡਵੋਕੇਟ ਜਿਹੜਾ ਸਰਕਾਰ ਦੇ ਖਰਚੇ 'ਤੇ ਉਸ ਨੂੰ ਦਿੱਤਾ ਜਾਏਗਾ, ਜੋ ਕਿ ਇਸ ਨੂੰ ਫ੍ਰੀ ਲੀਗਲ ਏਡ ਪੂਰੇ ਕੇਸ ਤੱਕ ਦੇਗਾ। ਔਰ ਇਸ ਦੇ ਟੋਲ ਫ੍ਰੀ ਨੰਬਰ ਵੀ, ਜਿਸ ਤਰ੍ਹਾਂ ਪਹਿਲਾਂ ਕਾਉਂਸਲਿੰਗ ਨੰਬਰ ਦੱਸਿਆ, ਉਹ ਵੀ ਫ੍ਰੀ ਲੀਗਲ ਏਡ ਸਰਵਿਸ ਦੇ ਨਾਲ ਜੁੜਿਆ ਹੋਇਆ। ਅਗਰ ਕੋਈ ਕਾਉਂਸਲਿੰਗ ਲੈਣਾ ਚਾਹੇ ਜਾਂ ਆਪਣੀ ਐਪਲੀਕੇਸ਼ਨ ਦੇ ਕੇ ਆਪਣਾ ਕੇਸ ਫਾਈਲ ਕਰਨਾ ਚਾਹੇ ਫ੍ਰੀ ਲੀਗਲ ਏਡ ਦੇ ਵਿੱਚ, ਤੇ ਉਹ ਜਾ ਸਕਦਾ। ਉਸਦਾ ਨੰਬਰ 1968 ਹੈ, 1968 ਜੀ ਜੀ। ਕਾਉਂਸਲਿੰਗ ਬੇਸਿਕਲੀ ਉਸ ਇਹ ਟੋਲ ਫ੍ਰੀ ਨੰਬਰ ਫ੍ਰੀ ਲੀਗਲ ਏਡ ਸਰਵਿਸ ਦਾ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦਾ ਨੰਬਰ ਆ। ਇਹਦੇ 'ਤੇ ਕੋਈ ਵੀ ਬੰਦਾ ਅਗਰ ਮਹਿਲਾ ਕਾਲ ਕਰਦੀ ਆ, ਉਸਨੂੰ ਕਾਉਂਸਲਿੰਗ ਚਾਹੀਦੀ ਆ, ਉਸਨੂੰ ਐਡਵੋਕੇਟ ਚਾਹੀਦਾ, ਫ੍ਰੀ ਲੀਗਲ ਏਡ ਚਾਹੀਦੀ, ਉਸਨੂੰ ਕਿਸੇ ਕੇਸ ਚਾਹੀਦਾ, ਉਹਦੇ ਨਾਲ ਕੋਈ ਹਿੰਸਾ ਹੋ ਰਹੀ ਹੈ ਜਿਸ ਦੇ ਰਿਗਾਰਡਿੰਗ ਉਹਨੂੰ ਐਡਵੋਕੇਟ ਚਾਹੀਦਾ ਜਾਂ ਕੋਈ ਕੰਪਲੇਂਟ ਲਈ ਚਾਹੀਦਾ, ਉਹ ਇਸ 'ਤੇ ਟੋਲ ਫ੍ਰੀ ਨੰਬਰ ਕਰਕੇ ਸਹਾਇਤਾ ਲੈ ਸਕਦੀ ਹੈ। ਇਸ ਦਾ ਔਨਲਾਈਨ ਵੈਬਸਾਈਟਸ ਵੀ ਜਿਹੜੀ ਗੂਗਲ 'ਤੇ ਮੌਜੂਦ ਆ, ਉੱਤੇ ਵੀ ਆਪਣਾ ਲੌਗਇਨ ਕਰਕੇ ਐਪਲੀਕੇਸ਼ਨ ਦੇ ਸਕਦੀ ਆ। ਬਾਏ ਹੈਂਡ ਜਾ ਕੇ ਵੀ ਅਲੱਗ-ਅਲੱਗ ਕਚਹਿਰੀਆਂ, ਜ਼ਿਲ੍ਹਾ 22 ਦੇ 23 ਜ਼ਿਲ੍ਹੇ ਜਿੰਨੇ ਪੰਜਾਬ ਦੇ, ਸਭ 'ਚ ਜ਼ਿਲ੍ਹਾ ਅਥਾਰਟੀ ਕਾਨੂੰਨੀ ਸੇਵਾ ਹੈਗੀਆਂ, ਉੱਥੇ ਜਾ ਕੇ ਆਪਣਾ ਐਪਲੀਕੇਸ਼ਨ ਦੇ ਸਕਦੀ ਹੈ ਅਤੇ ਸਹਾਇਤਾ ਲੈ ਸਕਦੀ ਹੈ ਫ੍ਰੀ ਆਫ ਕਾਸਟ। ਫ੍ਰੀ ਲੀਗਲ ਏਡ ਸਰਵਿਸ ਜਿਹੜੀ ਕਿ ਪੰਜਾਬ ਸਰਕਾਰ ਸਾਡੇ ਜੁਡੀਸ਼ਰੀ ਦੇ ਸਹਾਇਤਾ ਨਾਲ ਚੱਲਦਾ ਹੈ। ਔਰਤਾਂ ਇਹ ਵੀ ਜਾਣਨਾ ਚਾਹਣਗੀਆਂ ਕਿ ਵੀ ਇਹ ਜਿਹੜਾ ਪ੍ਰੋਸੈਸ ਹੈ ਕਿੰਨਾ ਲੰਬਾ, ਕਿਉਂਕਿ ਆਮ ਤੌਰ 'ਤੇ ਸੁਣਨ 'ਚ ਆਉਂਦਾ ਹੈ ਕਿ ਜਦੋਂ ਕੋਈ ਕੇਸ ਆਪਾਂ ਫਾਈਲ ਕਰਦੇ ਹਾਂ ਤਾਂ ਉਹ ਬਹੁਤ ਲੰਬਾ ਚੱਲਦਾ ਹੈ, ਕਦੋਂ ਤੱਕ ਉਹਨੂੰ ਇਨਸਾਫ ਮਿਲ ਜਾਂਦਾ ਹੈ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਜਿਹੜਾ ਕੋਰਟ ਦਾ ਸਮਾਂ ਹੈ, ਇਸ 'ਤੇ ਕਮੈਂਟ ਕਰਨਾ ਠੀਕ ਨਹੀਂ ਰਹੇਗਾ, ਕਿਉਂਕਿ ਜੁਡੀਸ਼ਰੀ ਦੇ ਵਿੱਚ ਲਈ ਹਰ ਬੰਦਾ ਬਰਾਬਰ ਹੈ। ਉਹਦੇ ਵਾਸਤੇ ਜਿਹੜਾ ਜਸਟਿਸ ਹੈ, ਨਿਆਂ ਦੇਣਾ ਉਸ ਦਾ ਕੰਮ ਹੈ। ਔਰ ਜਸਟਿਸ ਔਰ ਨਿਆਂ ਦੇਣਾ ਉਹਦਾ ਕੰਮ ਇਸ ਤਰ੍ਹਾਂ ਹੈ ਕਿ ਉਸਨੇ ਹਰ ਚੀਜ਼ ਨੂੰ, ਹਰ ਪੱਖ ਦੀ ਗੱਲ ਸੁਣ ਕੇ, ਹਰ ਬੰਦੇ ਦੀ ਗੱਲ, ਦੋਨੋਂ ਪੱਖਾਂ ਦੀ ਗੱਲ ਸੁਣ ਕੇ, ਸਾਰੇ ਤੱਥਾਂ ਨੂੰ, ਸਾਰੇ ਸਬੂਤਾਂ ਨੂੰ ਦੇਖ ਕੇ, ਸਾਰੀਆਂ ਗੱਲਾਂ ਸੁਣ ਕੇ ਫੈਸਲੇ 'ਤੇ ਆਉਣਾ, ਅਤੇ ਫਿਰ ਉਸ ਤੋਂ ਬਾਅਦ ਦੱਸਣਾ ਕਿ ਕੌਣ ਸਹੀ ਹੈ, ਕੌਣ ਗਲਤ ਹੈ। ਉਸ ਤੋਂ ਬਾਅਦ ਆਪਣਾ ਫੈਸਲਾ, ਆਰਡਰ ਜਿਹੜਾ ਹੈ ਉਹ ਜੁਡੀਸ਼ਰੀ ਨੇ ਦੇਣਾ। ਹੁਣ ਇਸ ਜਿਹੜਾ ਸਮੇਂ ਦੀ ਗੱਲ ਤੁਸੀਂ ਕੀਤੀ ਕਿ ਸਮਾਂ ਲੱਗਦਾ ਹੈ ਕਿ ਕੇਸਿਸ ਨੂੰ, ਹੁਣ ਸਮੇਂ ਦੀ ਅਸੀਂ ਗੱਲ ਕਰੀਏ ਕਿ ਜਿਹੜਾ ਸਮਾਂ ਕੇਸਿਸ ਦੇ ਵਿੱਚ ਲੱਗਦਾ ਹੈ, ਹੁਣ ਜੁਡੀਸ਼ਰੀ ਅਗਰ ਸਮੇਂ ਨੂੰ ਦੇਖੇ ਤਾਂ ਫਿਰ ਜਸਟਿਸ ਨਹੀਂ ਮਿਲ ਸਕਦਾ। ਇੱਕ ਬੜਾ ਸੱਚ ਹੈ ਕਿ ਅਗਰ ਜੁਡੀਸ਼ਰੀ ਸਮੇਂ ਨੂੰ ਦੇਖੇ ਤਾਂ ਜਸਟਿਸ ਨਹੀਂ ਮਿਲ ਸਕਦਾ। ਕਿਉਂਕਿ ਕਈ ਵਾਰ ਅਸੀਂ ਇਹ ਵੀ ਸੁਣਦੇ ਹਾਂ ਕਿ ਕਈ ਵਾਰ ਝੂਠੀਆਂ ਕੰਪਲੇਂਟਸ ਵੀ ਕਈਆਂ ਵਾਰ ਹੁੰਦੀਆਂ, ਕਿ ਫੇਕ ਵੀ ਹੁੰਦੇ ਆ। ਤਾਂ ਜੁਡੀਸ਼ਰੀ ਦਾ ਸਿਰਫ ਇੱਕੋ ਹੀ ਮੋਟਿਵ ਹੈ ਕਿ ਜਸਟਿਸ ਦੇਣਾ, ਨਿਆਂ ਦੇਣਾ, ਔਰ ਜੁਡੀਸ਼ਰੀ ਇਸ 'ਤੇ ਬਾਖੂਬੀ ਆਪਣਾ ਕੰਮ ਕਰ ਰਹੀ ਹੈ। ਜਿਹੜਾ ਸਮੇਂ ਦੀ ਗੱਲ ਕੀਤੀ ਆ, ਸਮਾਂ ਤਾਂ ਦੇਖੋ ਜਿਹੜਾ ਕੇਸ ਦਾ ਟਰਾਇਲ ਆ, ਉਹ 'ਤੇ ਜਦੋਂ ਐਪਲੀਕੇਸ਼ਨ ਫਾਈਲ ਕਰਦੀ ਆ, ਕੰਪਲੇਂਟ ਫਾਈਲ ਕਰਦੀ ਆ ਮਹਿਲਾ, ਫਿਰ ਉਹਦਾ ਹਸਬੈਂਡ ਉਹਦਾ ਰਿਪਲਾਈ ਦਿੰਦਾ ਅਤੇ ਪ੍ਰੋਸੈਸ ਚੱਲਦਾ, ਅਤੇ ਇਹ ਸਾਰਾ ਪ੍ਰੋਸੈਸ ਜੋ ਜੁਡੀਸ਼ਰੀ ਦਾ ਉਹ ਫੋਲੋ ਕੀਤੇ ਬਿਨਾਂ ਜੁਡੀਸ਼ਰੀ ਆਪਣੇ ਜਿਹੜਾ ਫਾਈਨਲ ਜਿਹੜਾ ਜਸਟਿਸ ਆ ਉਹ ਤਾਂ ਹੀ ਦੇ ਪਾਏਗੀ। ਤਾਂ ਇਹ ਵੀ ਬਹੁਤ ਜ਼ਰੂਰੀ ਹੈ ਜੀ। ਸੋ ਇਨਸਾਫ ਨੂੰ ਥੋੜ੍ਹਾ ਸਮਾਂ ਤਾਂ ਲੱਗ ਸਕਦਾ ਹੈ, ਲੇਕਿਨ ਇਨਸਾਫ ਦੇ ਲਈ ਆਪਣੀ ਲੜਾਈ ਨੂੰ ਜਾਰੀ ਰੱਖਣਾ ਜ਼ਰੂਰ ਚਾਹੀਦਾ ਹੈ। ਉਹ ਆਪਣੇ ਜਿਹੜੇ ਮਨਾਂ ਦੇ ਵਿੱਚ ਵਲਵਲੇ ਉਹਨਾਂ ਨੂੰ ਦਬਾ ਕੇ ਰੱਖਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਜਿਹੜਾ ਸਮਾਂ ਹੈ ਬਹੁਤ ਐਡਵਾਂਸ ਹੋ ਚੁੱਕਿਆ ਹੈ। ਸੋ ਘਰੇਲੂ ਹਿੰਸਾ ਦਾ ਜਿਹੜੇ ਸ਼ਿਕਾਰ ਨੇ ਔਰਤਾਂ, ਉਹਨਾਂ ਦੇ ਲਈ ਖਾਸ ਕਰਕੇ ਇਹ ਇੱਕ ਹਦਾਇਤ ਹੈ ਕਿ ਡਰ ਕੇ ਨਾ ਬੈਠੋ। ਵਕੀਲ ਸਾਹਿਬ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਘਬਰਾਓ ਨਾ, ਕਿ ਆਪਣੇ ਆਪ ਵੀ ਤੁਸੀਂ ਆਪਣਾ ਕੇਸ ਫਾਈਲ ਕਰ ਸਕਦੇ ਹੋ, ਕਾਨੂੰਨੀ ਮਸ਼ਵਰਾ ਲੈ ਸਕਦੇ ਹੋ। 1968 ਨੰਬਰ 'ਤੇ ਤੁਸੀਂ ਕਾਲ ਕਰਕੇ ਪੂਰੀ ਕਾਉਂਸਲਿੰਗ ਲੈ ਸਕਦੇ ਹੋ। ਇਸ ਤੋਂ ਇਲਾਵਾ 181 ਨੰਬਰ ਡਾਇਲ ਕਰ ਸਕਦੇ ਹੋ, ਅਤੇ ਪੁਲਿਸ ਤੁਹਾਡੀ ਪੂਰੀ ਤਰੀਕੇ ਦੇ ਨਾਲ ਮਦਦਗਾਰ ਹੋਵੇਗੀ ਅਗਰ ਤੁਸੀਂ ਉੱਥੇ ਜਾ ਕੇ ਥਾਣੇ ਦੇ ਵਿੱਚ ਆਪਣੀ ਕੰਪਲੇਂਟ ਨੂੰ ਫਾਈਲ ਕਰਦੇ ਹੋ। ਇਸ ਤੋਂ ਇਲਾਵਾ ਅਨਮੋਲ ਜੀ ਵੀ ਜਾਣਨਾ ਚਾਹਾਂਗੇ ਕਿ ਅਗਰ ਕੋਈ ਵਿਅਕਤੀ, ਅਗਰ ਕਿਸੇ ਦੇ ਘਰੇ ਰੋਜ਼ ਲੜਾਈ ਝਗੜਾ ਹੁੰਦਾ ਆ, ਮਤਲਬ ਕਿਸੇ ਨੂੰ ਪਤਾ ਹੈ ਕਿ ਆ ਫਲਾਣੇ ਘਰ ਦੇ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਹੈ ਔਰਤ, ਅਗਰ ਕੋਈ ਕੰਪਲੇਂਟ ਫਾਈਲ ਕਰਨਾ ਚਾਹਵੇ ਹੈ ਨਾ, ਕਿਸ ਤਰੀਕੇ ਦੇ ਨਾਲ ਕਰ ਸਕਦਾ? ਕਿ ਉਸਦਾ ਨਾਂ ਪਤਾ ਵਗੈਰਾ ਗੁਪਤ ਰੱਖਿਆ ਜਾਊਗਾ, ਕੁਛ ਇੱਦਾਂ ਦਾ ਕੁਛ ਸਿਸਟਮ ਹੈ? ਦੇਖੋ, ਅਗਰ ਕੋਈ ਵਿਅਕਤੀ ਇਸ ਤਰ੍ਹਾਂ ਦੇਖਦਾ ਹੈ ਕਿ ਕਿਸੇ ਘਰ ਦੇ ਵਿੱਚ ਰੋਜ਼ ਜਾਂ ਕਿਸੇ ਸਮੇਂ ਕੋਈ ਘਰੇਲੂ ਹਿੰਸਾ ਹੋ ਰਹੀ ਹੈ ਕਿਸੇ ਔਰਤ ਦੇ ਨਾਲ, ਅਤੇ ਉਹ ਇਸ ਦੀ ਇਤਲਾਹ ਪੁਲਿਸ ਨੂੰ ਦੇਵੇ।
ਇਸ ਦੀ ਇਤਲਾਹ ਉਹ 181 ਨੰਬਰ ਤੇ ਦੇਵੇ। ਇਸ ਦੀ ਇਤਲਾਹ ਉਹ ਜਿਹੜੇ ਪੁਲਿਸ ਦੇ ਹੈਲਪ ਜਿਵੇਂ ਨੰਬਰ ਹੈ 100 112 ਇੱਥੇ ਦੇਵੇ। ਲੋਕਲ ਜਿਹੜਾ ਥਾਣਾ ਹੈ ਉੱਥੇ ਜਾ ਕੇ ਇਤਲਾਹ ਦੇ ਸਕਦਾ ਹੈ। ਔਰ ਇਹ ਤਾਂ ਪੁਲਿਸ ਦਾ ਕੰਮ ਹੈ ਕਿ ਉਸ 'ਤੇ ਐਕਸ਼ਨ ਕਰਕੇ ਉਸ ਬੰਦੇ ਦੀ ਜਿਹੜੀ ਇਨਫੋਰਮੇਸ਼ਨ ਹੈ ਉਸ ਨੂੰ ਗੁਪਤ ਰੱਖਿਆ ਜਾਵੇ ਕਿ ਜੋ ਬੰਦਾ ਕਿਸੇ ਜਿਹੜਾ ਸਮਾਜ ਦੇ ਵਿੱਚ ਹਿੰਸਕ ਜਿਹੜੀ ਹੋ ਰਹੀ ਹੈ ਇਸ ਨੂੰ ਰੋਕਣ ਦੇ ਵਿੱਚ ਅਗਰ ਕੋਈ ਆਪਣਾ ਕਦਮ ਉਠਾਉਂਦਾ ਹੈ ਕੋਈ ਤੇ ਬਹੁਤ ਅੱਛੀ ਗੱਲ ਹੈ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਇਸ ਦੇਸ਼ ਦੇ ਇਸ ਭਾਰਤ ਦੇ ਪੰਜਾਬ ਦੇ ਨਾਗਰਿਕ ਹਾਂ ਅਤੇ ਅਸੀਂ ਜਿੱਥੇ ਅਸੀਂ ਦੇਖੀਏ ਕਿ ਜਿੱਥੇ ਕੋਈ ਕ੍ਰਾਈਮ ਹੋ ਰਿਹਾ ਕੋਈ ਹਿੰਸਾ ਹੋ ਰਹੀ ਹੈ ਕਿਸੇ ਮਹਿਲਾ ਦੇ ਨਾਲ ਉੱਥੇ ਜਾ ਕੇ ਅਸੀਂ ਆਵਾਜ਼ ਉਠਾਈਏ ਕਿਉਂਕਿ ਅਸੀਂ ਕਦੀ ਇਸ ਤਰ੍ਹਾਂ ਦੱਬਣ ਨਹੀਂ ਦੇਣਾ ਚਾਹੀਦਾ। ਔਰ ਅਗਰ ਕੋਈ ਇਨਫੋਰਮੇਸ਼ਨ ਪੁਲਿਸ ਨੂੰ ਦਿੰਦਾ ਤਾਂ ਡੈਫੀਨੇਟਲੀ ਮੈਨੂੰ ਲੱਗਦਾ ਕਿ ਪੁਲਿਸ ਉਸ ਦੀ ਇਨਫੋਰਮੇਸ਼ਨ ਨੂੰ ਸੀਕ੍ਰੇਟ ਰੱਖੇਗੀ ਔਰ ਮੌਕੇ 'ਤੇ ਪਹੁੰਚ ਕੇ ਜਿਹੜੀ ਕਿ ਔਰਤ ਹੈ ਉਸ ਦਾ ਬਿਆਨ ਲੈ ਕੇ ਉਸ ਨੂੰ ਕੰਪਲੇਂਟ ਵੀ ਫਾਈਲ ਕਰੇਗੀ। ਤਾਂ ਹਰ ਕਿਸੇ ਦਾ ਇਹ ਰਿਸਪੌਂਸਿਬਿਲਿਟੀ ਵੀ ਹੋਣੀ ਚਾਹੀਦੀ ਹੈ ਕਿ ਅਗਰ ਕਿਤੇ ਹਿੰਸਾ ਹੋ ਰਹੀ ਹੈ ਤਾਂ ਉਸ ਦੀ ਇਤਲਾਹ ਪੁਲਿਸ ਨੂੰ ਦੇਵੇ, ਉਸ ਦੀ ਇਤਲਾਹ ਲੋਕਲ ਥਾਣੇ ਨੂੰ ਦੇਵੇ। ਇਸ 'ਤੇ ਚੁੱਪ ਨਾ ਬੈਠੇ ਔਰ ਆਵਾਜ਼ ਚੁੱਕੇ। ਜੀ, ਇਸ ਸਮਾਜਿਕ ਬੁਰਾਈ ਨੂੰ ਕਿਸ ਤਰੀਕੇ ਦੇ ਨਾਲ ਆਪਾਂ ਖਤਮ ਕਰ ਸਕਦੇ ਹਾਂ, ਕੀ ਆਪਣਾ ਯੋਗਦਾਨ ਦੇ ਸਕਦੇ? ਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ। ਇਸ ਤਰ੍ਹਾਂ ਇਸ ਜਿਹੜੀ ਸਮਾਜਿਕ ਜਿਹੜੀ ਇਹਦੀ ਬੁਰਾਈ ਹੈ ਇਸ ਨੂੰ ਰੋਕਣ ਵਾਸਤੇ ਲੋਕਾਂ ਨੂੰ ਅਵੇਅਰ ਹੋਣਾ ਪਏਗਾ। ਲੋਕਾਂ 'ਚ ਅਵੇਅਰਨੈਸ ਬਹੁਤ ਜ਼ਰੂਰੀ ਹੈ। ਅਵੇਅਰਨੈਸ ਸਰਕਾਰਾਂ ਵੀ ਵੱਖ-ਵੱਖ ਇਸ 'ਤੇ ਕੰਮ ਕਰ ਰਹੀਆਂ ਪਰ ਫਿਰ ਵੀ ਕਿਤੇ ਨਾ ਕਿਤੇ ਇਸ ਦੀ ਕਮੀ ਹੈ ਅੱਜ ਸਮਾਜ ਦੇ ਵਿੱਚ ਔਰ ਲੋਕਾਂ ਨੂੰ ਇਸ ਦੇ ਦੁਆਰਾ ਅਵੇਅਰਨੈਸ ਐਜੂਕੇਟ ਕਰਨ ਦੀ ਬਹੁਤ ਲੋੜ ਹੈ। ਐਜੂਕੇਸ਼ਨ ਕਿਤੇ ਨਾ ਕਿਤੇ ਫੈਕਟਰ ਹੈ ਜਿਹੜਾ ਇਹ 'ਚ ਡੀਲ ਕਰਦਾ ਕਿ ਲੋਕਾਂ ਨੂੰ ਇਸ ਦੀ ਜਾਗਰੂਕਤਾ ਨਹੀਂ ਹੈ। ਬਹੁਤ ਸੀ ਮਹਿਲਾਵਾਂ ਇੱਦਾਂ ਦੀਆਂ ਕਿ ਜਿਨ੍ਹਾਂ ਨਾਲ ਘਰੇਲੂ ਹਿੰਸਾ ਹੁੰਦੀਆਂ ਬਟ ਕਿਤੇ ਨਾ ਕਿਤੇ ਇਸ ਦੀ ਆਵਾਜ਼ ਨਹੀਂ ਚੱਕਦੀਆਂ। ਸੋ ਇਸ ਨੂੰ ਰੋਕਣਾ ਪਏਗਾ ਔਰ ਅਵੇਅਰ ਕਰਨਾ ਪਏਗਾ ਤਾਂ ਕਿ ਸਮਾਜ ਇੱਕ ਅੱਛਾ ਬਣ ਸਕੇ, ਇੱਕ ਔਰਤਾਂ ਨੂੰ ਵੀ ਬਰਾਬਰ ਦਾ ਹਿੱਸਾ ਮਿਲ ਸਕੇ। ਔਰ ਔਰਤਾਂ ਆਲਰੇਡੀ ਬਹੁਤ ਅੱਗੇ ਹੈ ਸਮਾਜ ਦੇ ਵਿੱਚ, ਅੱਗੇ ਵਧ ਰਹੀਆਂ ਡੇ ਬਾਏ ਡੇ ਔਰ ਹੋਰ ਅੱਗੇ ਵਧਣ। ਅੱਜ ਦੀ ਡੇਟ 'ਚ ਕੋਈ ਲੜਕੇ ਔਰ ਲੜਕੀ ਦੇ ਵਿੱਚ ਕੋਈ ਫ਼ਰਕ ਨਹੀਂ ਹੈ। ਅਗਰ ਦੇਖਿਆ ਜਾਵੇ ਤਾਂ ਦੋਨੋਂ ਬਰਾਬਰ ਹੈ ਔਰ ਇਸੇ ਤਰ੍ਹਾਂ ਸਮਾਜ ਅੱਗੇ ਵੱਧਦਾ ਰਹੇ। ਔਰ ਅਵੇਅਰਨੈਸ ਔਰ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਇਸ 'ਤੇ ਸਰਕਾਰ ਕੰਮ ਕਰ ਰਹੀ ਹੈ ਪਰ ਥੋੜ੍ਹਾ ਕੰਮ ਹੋਰ ਕਰਨ ਦੀ ਲੋੜ ਹੈ ਇਸ 'ਤੇ। ਜੀ ਬਿਲਕੁਲ ਸਹੀ ਕਿਹਾ ਜੀ, ਕਿਉਂਕਿ ਅੱਜ ਭਾਵੇਂ ਕਹਿਣ ਨੂੰ ਔਰਤਾਂ ਜਿਹੜੀਆਂ ਨੇ ਮਰਦਾਂ ਦੇ ਬਰਾਬਰ ਨੇ, ਮਰਦਾਂ ਤੋਂ ਅੱਗੇ ਵੀ ਨੇ, ਇਹ ਵੀ ਕਿਹਾ ਜਾਂਦਾ, ਲੇਕਿਨ ਫਿਰ ਵੀ ਇੱਕ ਸਮਾਜਿਕ ਬੁਰਾਈ ਇੱਕ ਧੱਬਾ ਹੈ ਸਾਡੇ ਸਮਾਜ ਦੇ ਉੱਤੇ ਕਿ ਘਰੇਲੂ ਹਿੰਸਾ ਦਾ ਸ਼ਿਕਾਰ ਅੱਜ ਵੀ ਕਿਤੇ ਨਾ ਕਿਤੇ ਔਰਤਾਂ ਹੁੰਦੀਆਂ ਨੇ। ਜਿਵੇਂ ਤੁਸੀਂ ਦੱਸਿਆ 3 ਤੋਂ 2 ਘਰਾਂ ਦੇ ਵਿੱਚ ਸਮਾਜਿਕ ਇਹ ਘਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਹੈਗੀਆਂ ਨੇ, ਲੇਕਿਨ ਉਹ ਆਪਣੀ ਆਵਾਜ਼ ਨੂੰ ਬੁਲੰਦ ਨਹੀਂ ਕਰਨਾ ਚਾਹੁੰਦੀਆਂ, ਆਪਣੀ ਆਵਾਜ਼ ਨੂੰ ਘੁੱਟ ਕੇ ਉੱਥੇ ਹੀ ਬਹਿ ਜਾਂਦੀਆਂ ਨੇ। ਸੋ ਅਨਮੋਲ ਚੋਫਾਲ ਜੀ ਸਾਡੇ ਨਾਲ ਨੇ। ਸੋ ਮੈਂ ਦੱਸ ਦੇਵਾਂ ਇੱਕ ਵਾਰੀ ਫਿਰ ਤੋਂ ਤੁਹਾਨੂੰ ਕ੍ਰਿਮੀਨਲ ਡਿਫੈਂਸ ਲਾਇਰ ਨੇ। ਤਾਂ ਕਿਸੇ ਵੀ ਤਰੀਕੇ ਦੀ ਤੁਸੀਂ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਜ਼ਰੀਏ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਉਹਨਾਂ ਦੇ ਚੈਂਬਰ 'ਤੇ ਵੀ ਜਾ ਸਕਦੇ ਹੋ। ਅਨਮੋਲ ਜੀ ਦਾ ਆਪਾਂ ਪਤਾ ਹੁਣੇ ਪੁੱਛ ਲੈਂਦੇ ਹਾਂ। ਅਨਮੋਲ ਜੀ ਆਪਣੇ ਬਾਰੇ ਵੀ ਦੱਸ ਦਿਓ ਤਾਂ ਕਿ ਕਿਸੇ ਨੂੰ ਕਿਸੇ ਤਰੀਕੇ ਦੀ ਰਾਏ ਜਾਂ ਸਲਾਹ ਮਸ਼ਵਰਾ ਜਾਂ ਫਿਰ ਕੇਸ ਨੂੰ ਫਾਈਲ ਕਰਾਉਣਾ ਹੋਵੇ ਤਾਂ ਤੁਹਾਡੇ ਕੋਲ ਆ ਸਕਦਾ, ਕਿਉਂਕਿ ਮੈਨੂੰ ਪਤਾ ਤੁਹਾਡਾ ਸੁਭਾਅ ਜਿਹੜਾ ਨਾ ਬਹੁਤ ਵਧੀਆ ਹੈ। ਮੈਂ ਵੇਖਿਆ ਕਿ ਇੱਕ ਖਾਸੀਅਤ ਅਨਮੋਲ ਜੀ ਦੀ ਆ ਵੀ ਹੈ ਕਿ ਜਦੋਂ ਇਹਨਾਂ ਦੇ ਕੋਲ ਕੋਈ ਕਲਾਇੰਟ ਆਉਂਦਾ ਆ ਤਾਂ ਉਹਨੂੰ ਬਹੁਤ ਤਸੱਲੀ ਦਿੰਦੇ ਨੇ, ਬੜਾ ਖੁਸ਼ ਹੋ ਕੇ ਉਹਨਾਂ ਨੂੰ ਉਹਨਾਂ ਦੀ ਸਾਰੀ ਟੈਨਸ਼ਨ ਆਪ ਲੈ ਲੈਂਦੇ ਨੇ। ਇੱਕ ਤਰੀਕੇ ਦੇ ਨਾਲ ਕਹਿ ਦਿੰਦੇ ਕਿ ਤੁਹਾਨੂੰ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ। ਸੋ ਵਕੀਲ ਇੱਦਾਂ ਦਾ ਹੀ ਹੋਣਾ ਚਾਹੀਦਾ ਜੀ। ਅਤੇ ਦੱਸ ਦਿਓ। ਦੇਖੋ ਜੀ, ਜੇ ਕਦੇ ਵੀ ਕਿਸੇ ਨੂੰ ਕਾਨੂੰਨੀ ਕੋਈ ਸਹਾਇਤਾ ਚਾਹੀਦੀ ਆ ਜਾਂ ਕੋਈ ਕਾਨੂੰਨ ਬਾਰੇ ਜਾਣਕਾਰੀ ਚਾਹੀਦੀ ਹੈ ਉਹਦੇ ਵਾਸਤੇ ਮੇਰਾ ਫ਼ੋਨ ਨੰਬਰ ਵੀ ਨੇ ਔਰ ਮੇਰਾ ਚੈਂਬਰ 669 ਲੁਧਿਆਣਾ ਕੋਰਟਸ ਦੇ ਵਿੱਚ ਹੈ ਔਰ ਮੇਰੀ ਰਿਹਾਇਸ਼ ਜਿਹੜੀ ਹੈ ਉਹ ਨਿਊ ਕਿਚਨੂ ਨਗਰ ਹੰਬੜਾ ਰੋਡ ਲੁਧਿਆਣਾ, ਉੱਥੇ ਮੇਰਾ ਆਫਿਸ ਹੈ। ਅਤੇ ਕਿਸੇ ਵੀ ਸਮੇਂ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਹੈਲਪ 'ਤੇ ਮੈਂ ਜ਼ਰੂਰ ਉਸ 'ਤੇ ਹੈਗਾ ਜੀ। ਥੈਂਕ ਯੂ। ਸੋ ਐਨੀ ਟਾਈਮ ਇਹ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਅਨਮੋਲ ਜੀ, ਕਿਸੇ ਵੀ ਤਰੀਕੇ ਦੀ ਸਲਾਹ ਮਸ਼ਵਰਾ ਜਾਂ ਫਿਰ ਕੇਸ ਫਾਈਲ ਕਰਨਾ। ਅਤੇ ਹੁਣ ਸਾਨੂੰ ਦਿਓ ਇਜਾਜ਼ਤ, ਕਾਨੂੰਨੀ ਮਸ਼ਵਰਾ ਨੂੰ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਵਿਰਾਮ ਦਿੰਦੇ ਹਾਂ। ਕਿਸੇ ਹੋਰ ਐਪੀਸੋਡ ਦੇ ਵਿੱਚ ਫਿਰ ਤੋਂ ਮੁਲਾਕਾਤ ਹੋਏਗੀ ਜ਼ਰੂਰ। ਅਨਮੋਲ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਸਾਰੇ ਵਿਊਅਰਸ ਨੂੰ, ਚੈਨਲ ਦੀ ਟੀਮ ਨੂੰ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਥੈਂਕ ਯੂ। ਧੰਨਵਾਦ ਜੀ। ਰੱਬ ਰੱਖਾ।